ਆਪਾਂ ਸਭ ਨੇ ਦੇਖਿਆ ਪੜਿਆ ਤੇ ਸੁਣਿਆ ਕਿ ਪੰਜਾਬ ਸਰਕਾਰ ਨੇ ਡਾਕਟਰ ਮਨਮੋਹਨ ਸਿੰਘ ਜੀ ਔਰ ਮੌਂਟੇਕ ਸਿੰਘ ਆਹਲੂਵਾਲੀਆ ਦੀਆਂ ਸੇਵਾਵਾਂ ਮੰਗੀਆਂ ਨੇ ਕਿ ਪੰਜਾਬ ਨੂੰ ਇਸ ਮੁਸ਼ਕਲ ਆਰਥਿਕ ਘੜੀ ਵਿੱਚੋਂ ਕੱਢਿਆ ਜਾਵੇ। ਇਹ ਇੱਕ ਸ਼ਲਾਘਾਯੋਗ ਕਦਮ ਆ ਕਿਉਂਕਿ ਡਾਕਟਰ ਮਨਮੋਹਨ ਸਿੰਘ ਔਰ ਮੌਂਟੇਕ ਸਿੰਘ ਆਹਲੂਵਾਲੀਆ ਵਰਲਡ ਨੋਨ ਇਕੋਨੋਮਿਸਟ ਨੇ ਔਰ ਇਹਨਾਂ ਨੇ ਵਿਸ਼ਵ ਵਿੱਚ ਵੱਡੇ ਵੱਡੇ ਇੰਟਰਨੈਸ਼ਨਲ ਜਿਹੜੇ ਅਦਾਰੇ ਨੇ ਉੱਥੇ ਉਹਨਾਂ ਨੇ ਆਪਣਾ ਕੰਮ ਕੀਤਾ ਔਰ ਬਾਅਦ ਵਿੱਚ ਆਪਣੇ ਦੇਸ਼ 'ਚ ਵੀ ਬਹੁਤ ਅਹਿਮ ਪੋਜੀਸ਼ਨ ਤੇ ਪ੍ਰਾਈਮ ਮਿਨਿਸਟਰ ਐਂਡ ਆਲਸੋ ਚੇਅਰਮੈਨ ਪਲੈਨਿੰਗ ਕਮਿਸ਼ਨ ਦੇ ਅਹੁਦਿਆਂ ਤੇ ਰਹਿ ਕੇ ਇਹਨਾਂ ਦੋਨਾਂ ਸਤਿਕਾਰਯੋਗ ਵਿਅਕਤੀਆਂ ਨੇ ਇਕੋਨਮੀ ਨੂੰ ਦੁਬਾਰਾ ਲੀਹਾਂ ਤੇ ਲਿਆਉਣ ਦਾ ਆਪਣੇ ਦੇਸ਼ ਵਿੱਚ ਉਪਰਾਲਾ ਕੀਤਾ। ਪਰ ਦੂਸਰਾ ਪੱਖ ਇਹਦਾ ਇਹ ਆ ਕਿ ਪੰਜਾਬ ਸਰਕਾਰ ਜਿਹਦੇ ਕੋਲ ਇੱਕ ਪੂਰੀ ਮਸ਼ੀਨਰੀ ਆ, ਜਿਹਦੇ ਕੋਲ ਇੱਕ ਪੂਰਾ ਫਾਈਨੈਂਸ ਡਿਪਾਰਟਮੈਂਟ ਆ, ਬੜੇ ਪੜ੍ਹੇ ਲਿਖੇ ਬਿਊਰੋਕਰੈਟਸ ਨੇ ਔਰ ਨਾਲ ਫਾਈਨੈਂਸ ਮਿਨਿਸਟਰ ਆ ਜਿਹੜੇ ਸ਼ਾਇਦ 6-7 ਬਜਟ ਪੇਸ਼ ਕਰ ਚੁੱਕੇ ਨੇ। ਇਹਦਾ ਪੱਖ ਇਹ ਹੋਇਆ ਕਿ ਇਹਦਾ ਮਤਲਬ ਕਿ ਇਹਨਾਂ ਨੇ ਆਪਣੇ ਹੱਥ ਖੜੇ ਕਰਤੇ ਕਿ ਸਾਡੇ ਵੱਸ ਦੀ ਗੱਲ ਨਹੀਂ। ਹੁਣ ਪੰਜਾਬ ਨੂੰ ਆਰਥਿਕ ਸੰਕਟ ਚੋਂ ਕੱਢਣ ਵਾਸਤੇ ਸਾਨੂੰ ਹੁਣ ਮਦਦ ਚਾਹੀਦੀ, ਇਮਦਾਦ ਚਾਹੀਦੀ ਆ। ਮੈਂ ਕੋਈ ਨੁਕਤਾਚੀਨੀ ਨਹੀਂ ਕਰ ਰਿਹਾ, ਪਰ ਇਹਦੇ 'ਚ ਸਿੱਧਾ ਕੈਪਟਨ ਅਮਰਿੰਦਰ ਸਿੰਘ ਨੇ ਵਿੱਤੀ ਸੰਕਟ ਚੋਂ ਪੰਜਾਬ ਨੂੰ ਕੱਢਣ ਦੀ ਆਪਣੀ ਹਾਰ ਕਬੂਲੀ ਆ ਔਰ ਮੈਂ ਸਮਝਦਾ ਕਿ ਇਹ ਉਹਨਾਂ ਦੀ ਲੀਡਰਸ਼ਿਪ ਤੇ ਇੱਕ ਵੱਡਾ ਸਵਾਲੀਆ ਚਿੰਨ੍ਹ ਖੜਾ ਹੁੰਦਾ ਵਾ ਕਿਉਂਕਿ 3 ਸਾਲ ਬੀਤ ਗਏ ਨੇ ਔਰ ਇਸ ਤੋਂ ਪਹਿਲਾਂ 5 ਸਾਲ ਉਹ ਪਹਿਲਾਂ ਚੀਫ ਮਿਨਿਸਟਰ ਰਹਿ ਚੁੱਕੇ ਨੇ। ਇਹਦਾ ਮਤਲਬ 8 ਸਾਲਾਂ ਦੇ ਵਿੱਚ ਉਹ ਪੰਜਾਬ ਨੂੰ ਇਸ ਫਾਈਨੈਂਸ਼ੀਅਲ ਇਨਸਟੇਬਿਲਿਟੀ ਚੋਂ ਕੱਢਣ ਚੋਂ ਉਹਨਾਂ ਨੇ ਆਪ ਸਵੀਕਾਰ ਕਰਿਆ ਕਿ ਮੇਰੇ ਵੱਸ ਦੀ ਗੱਲ ਨਹੀਂ, ਮੈਂ ਫੇਲ ਹੋ ਚੁੱਕਾ। ਇਸ ਲਈ ਸਤਿਕਾਰਯੋਗ ਵੀਰੋ ਭੈਣੋ ਪੰਜਾਬ 'ਚ ਬੈਠੇ ਸਾਰੇ ਆਮ ਆਵਾਮ ਨੂੰ ਮੇਰੀ ਬੇਨਤੀ ਆ ਕਿ ਇਹ ਤੁਹਾਡੀ ਚੁਣੀ ਹੋਈ ਸਰਕਾਰ ਦਾ ਇੱਕ ਵੱਡਾ ਐਲਾਨ ਹੈ ਔਰ ਮੈਂ ਸਮਝਦਾ ਕਿ ਠੀਕ ਹੈ ਡਾਕਟਰ ਮਨਮੋਹਨ ਸਿੰਘ ਮੌਂਟੇਕ ਸਿੰਘ ਆਹਲੂਵਾਲੀਆ ਆਮ ਵਿਅਕਤੀਆਂ ਨਾਲੋਂ ਬਹੁਤ ਇੰਟੈਲੀਜੈਂਟ ਨੇ, ਪਰ ਸਿੱਧਾ ਅੱਜ ਪੰਜਾਬ ਦੇ ਵਿੱਚ ਅਗਰ ਤੁਸੀਂ ਦੇਖੋਗੇ ਸਭ ਤੋਂ ਵੱਡਾ ਜਿਹੜਾ ਕਾਰਨ ਆ ਸਾਡੇ ਤੇ ਕਰਜ਼ੇ ਦਾ, ਜਿਹੜਾ 2.5 ਲੱਖ ਕਰੋੜ ਦਾ ਕਰਜ਼ਾ ਚੜਿਆ, ਇਹ ਸਭ ਤੋਂ ਵੱਡਾ ਕਾਰਨ ਕਰਪਸ਼ਨ ਹੈ ਕਿਉਂਕਿ ਸਾਡੀ ਜਿਹੜੀ ਸਰਕਾਰੀ ਮਸ਼ੀਨਰੀ ਆ ਚੰਡੀਗੜ੍ਹ ਤੋਂ ਲੈ ਕੇ ਪਿੰਡ ਪੱਧਰ ਤੱਕ ਇਹ ਬਹੁਤ ਕਰਪਟ ਹੋ ਚੁੱਕੀ ਆ, ਇਹ ਬਹੁਤ ਲਿਥਾਰਜਿਕ ਆ। ਇਹਨੂੰ ਤੁਸੀਂ ਕੋਈ ਕੰਮ ਦੇ ਕੇ ਦੇਖ ਲਓ, ਉੱਪਰੋਂ ਲੈ ਕੇ ਥੱਲੇ ਜਦੋਂ ਪੈਸਾ ਜਾਂਦਾ ਅੱਧਾ ਪੈਸਾ ਖੁਰਦ-ਬੁਰਦ ਹੁੰਦਾ ਔਰ ਜਦੋਂ ਸਰਕਾਰ ਦਾ ਪੈਸਾ ਦੁਬਾਰਾ ਉਹਨਾਂ ਕੰਮਾਂ ਲਈ ਜਾਵੇਗਾ ਜਿੱਥੇ ਪਹਿਲਾਂ ਜਾ ਚੁੱਕਾ ਤਾਂ ਸੁਭਾਵਕ ਹੈ ਕਿ ਪੰਜਾਬ ਤੇ ਕਰਜ਼ਾ ਚੜੇਗਾ। ਔਰ ਇਸ ਤੋਂ ਇਲਾਵਾ ਜਿਹੜਾ ਮੈਂ ਸਮਝਦਾ ਕਿ ਜਿਹੜੀ ਕਰਪਸ਼ਨ ਹੈ ਇਹਨੂੰ ਠੋਸ ਤਰੀਕੇ ਨਾਲ ਹੈਂਡਲ ਕਰਨ ਦੀ ਕੋਸ਼ਿਸ਼, ਇਹਨੂੰ ਨੱਥ ਪਾਉਣ ਦੀ ਕਿਸੇ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ। ਔਰ ਇੱਥੇ ਇਹ ਵੀ ਕਹਿਣਾ ਲਾਜ਼ਮੀ ਆ ਕਿ ਇਹ ਜਿਹੜਾ ਪੰਜਾਬ ਤੇ 2.5 ਲੱਖ ਕਰੋੜ ਦਾ ਕਰਜ਼ਾ ਚੜਿਆ ਇਹ ਕੋਈ ਕਈ ਸਦੀਆਂ ਦਾ ਕਰਜ਼ਾ ਨਹੀਂਗਾ, ਇਹ ਮਹਿਜ਼ 35 ਸਾਲ ਦੇ ਨਕਾਰਾ ਲੀਡਰਸ਼ਿਪ ਅਤੇ ਬੇਈਮਾਨ ਅਫਸਰਸ਼ਾਹੀ ਦਾ ਨਤੀਜਾ। 1985 ਤੱਕ ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗੀ, ਠੀਕ 35 ਸਾਲਾਂ 'ਚ ਅੱਜ ਆਪਾਂ 2.5 ਲੱਖ ਕਰੋੜ ਦੇ ਕਰਜ਼ਈ ਆ ਔਰ ਜਦੋਂ ਐਡਾ ਵੱਡਾ ਕਰਜ਼ਾ ਚੜ੍ਹਦਾ ਕੁਦਰਤੀ ਗੱਲ ਹੈ ਕਿ ਉਸ ਕਰਜ਼ੇ ਦੀ ਅਦਾਇਗੀ ਵਾਸਤੇ ਆਪਾਂ 20,000 ਕਰੋੜ ਰੁਪਏ ਦੇ ਕਰੀਬ ਵਿਆਜ ਭਰ ਰਹੇ ਹਾਂ ਔਰ ਜੇ ਅਗਰ ਇਹ ਵਿਆਜ ਨਾ ਭਰਨਾ ਹੁੰਦਾ ਤਾਂ ਮੈਂ ਸਮਝਦਾ ਕਿ ਕਾਫੀ ਮਹਿਨੇ ਖੇਸ ਡਿਵੈਲਪਮੈਂਟ ਹੋ ਸਕਦੀ ਸੀ। ਪਰ ਡਿਵੈਲਪਮੈਂਟ ਅਗਰ ਤੁਸੀਂ ਇਸੇ ਹੀ ਮਸ਼ੀਨਰੀ ਤੋਂ ਕਰਾਓਗੇ ਜਿਹੜੀ ਪਹਿਲਾਂ ਹੀ ਕਰਪਟ ਆ, ਜਿਹੜੇ ਥੱਲੜੇ ਪੱਧਰ ਤੋਂ ਲੈ ਕੇ ਚੰਡੀਗੜ੍ਹ ਤੱਕ ਹਿੱਸੇ ਬੰਨੇ ਹੋਏ ਨੇ, ਚਾਹੇ ਉਹ ਇਰੀਗੇਸ਼ਨ ਡਿਪਾਰਟਮੈਂਟ ਆ, ਚਾਹੇ ਉਹ PWD ਡਿਪਾਰਟਮੈਂਟ ਆ, ਚਾਹੇ ਉਹ ਕੋਈ ਹੋਰ ਡਿਪਾਰਟਮੈਂਟ ਆ, ਤਾਂ ਪੰਜਾਬ ਇਸ ਸੰਕਟ ਚੋਂ ਨਹੀਂ ਨਿਕਲ ਸਕੇਗਾ। ਸਭ ਤੋਂ ਇੰਪੋਰਟੈਂਟ ਦਮਦਾਰ ਲੜਾਈ ਜਿਹੜੀ ਆ ਉਹ ਕਰਪਸ਼ਨ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੂੰ ਵਿੱਢਣੀ ਚਾਹੀਦੀ ਆ ਔਰ ਜਿੱਦਣ ਕਰਪਸ਼ਨ ਨੂੰ ਨੱਥ ਪਾਉਣੀ ਸ਼ੁਰੂ ਕਰਤੀ, ਜੇ ਚੰਡੀਗੜ੍ਹ ਤੋਂ ਸੁਨੇਹਾ ਚਲੇ ਗਿਆ ਕਿ ਖਬਰਦਾਰ ਜੇ ਕਿਸੇ ਨੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕਰਪਸ਼ਨ ਕੀਤੀ, ਕੋਈ ਲੁਕ ਛਿਪ ਕੇ ਤਾਂ ਅਫਸਰ ਕਰ ਸਕਦਾ ਵਾ, ਪਰ ਬਲੇਟੈਂਟ ਕਰਪਸ਼ਨ ਜਿਹੜੀ ਅੱਜ ਦਫ਼ਤਰਾਂ ਦੇ ਵਿੱਚ ਸ਼ਰੇਆਮ ਕਰਪਸ਼ਨ ਹੁੰਦੀ, ਸ਼ਰੇਆਮ ਠੀਕ ਕੰਮਾਂ ਦੇ ਵੀ ਪੈਸੇ ਮੰਗੇ ਜਾ ਰਹੇ ਨੇ ਔਰ ਓਵਰ ਦ ਟੇਬਲ ਕਰਪਸ਼ਨ ਹੋ ਰਹੀ ਆ, ਇਹ ਅੱਜ ਇੱਕ ਸਭ ਤੋਂ ਵੱਡਾ ਕਾਰਨ ਹੈ ਪੰਜਾਬ ਨੂੰ ਕਰਜ਼ੇ ਦੀ ਮਾਰ ਵਿੱਚ ਲਿਆਉਣ ਵਾਸਤੇ। ਅਫਕੋਰਸ ਇਸ ਤੋਂ ਇਲਾਵਾ ਜਿਹੜੇ ਵਿਤਕਰਾ ਸਾਡੇ ਨਾਲ ਸੈਂਟਰਲ ਗਵਰਨਮੈਂਟਸ ਕਰਦੀਆਂ, ਜਿੱਦਾਂ ਮਿਸਾਲ ਦੇ ਤੌਰ ਤੇ ਇੰਡਸਟਰੀ ਦਾ ਨੁਕਸਾਨ ਇਸ ਲਈ ਹੋਇਆ ਕਿਉਂਕਿ 2004 ਤੋਂ ਕੇਂਦਰ ਦੀਆਂ ਸਰਕਾਰਾਂ ਨੇ ਜਿਹੜੇ ਪਹਾੜੀ ਸੂਬੇ ਸੀਗੇ ਨਾਲ ਲੱਗਦੇ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਔਰ ਉੱਤਰਾਖੰਡ ਵਗੈਰਾ, ਇਹਨਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਉਹਦੇ ਕਰਕੇ ਸਾਡੀ ਇੰਡਸਟਰੀ ਦਾ ਨੁਕਸਾਨ ਹੋਇਆ। ਇਸੇ ਤਰ੍ਹਾਂ ਹੀ ਪ੍ਰਾਈਵੇਟ ਸੈਕਟਰ ਵਿੱਚ ਜੋ ਵੀ ਕੰਮ ਕਰ ਰਹੇ ਨੇ ਲੋਕ, ਚਾਹੇ ਉਹ ਸਕੂਲਸ ਨੇ, ਚਾਹੇ ਉਹ ਟਰਾਂਸਪੋਰਟ ਆ, ਚਾਹੇ ਉਹ ਹਸਪੀਟਲਸ ਨੇ, ਚਾਹੇ ਉਹ ਸ਼ੂਗਰ ਮਿੱਲਾਂ ਨੇ, ਚਾਹੇ ਉਹ ਸ਼ਰਾਬ ਦੀਆਂ ਮਿੱਲਾਂ ਨੇ,
ਉਹ ਸਾਰੇ ਕਾਮਯਾਬ ਨੇ। ਪਰ ਉਹੀ ਕੰਮ ਜਦੋਂ ਸਰਕਾਰ ਕੰਮ ਕਰਦੀ ਆ, ਸਰਕਾਰ ਦੀ ਟਰਾਂਸਪੋਰਟ ਖੜਕੀ ਪਈ ਆ, ਸਕੂਲ ਢਹਿ ਢੇਰੀ ਹੋ ਗਏ ਨੇ, ਹਸਪਤਾਲਾਂ ਦੇ ਹਾਲਾਤ ਤੁਹਾਡੇ ਸਾਹਮਣੇ ਇਸ ਮਹਾਮਾਰੀ ਦੇ ਦੌਰਾਨ ਸਾਰਾ ਪਰਦਾਫਾਸ਼ ਹੋ ਚੁੱਕਿਆ ਵਾ। ਸ਼ੂਗਰ ਮਿਲਾਂ ਸਾਡੀਆਂ ਸਾਰੀਆਂ ਪੰਜਾਬ ਵਿੱਚ ਬੰਦ ਹੋ ਚੁੱਕੀਆਂ। ਇੱਥੋਂ ਕੀ ਸਮਝ ਆਉਂਦਾ ਤੁਹਾਨੂੰ ਕਿ ਸਰਕਾਰ ਦੀ ਮਸ਼ੀਨਰੀ ਬੁਰੀ ਤਰ੍ਹਾਂ ਨਾਲ ਨਕਾਰਾ ਤੇ ਕਰਪਟ ਹੋ ਚੁੱਕੀ ਹੈ। ਇਸ ਲਈ ਜਿੱਥੇ ਡਾਕਟਰ ਮਨਮੋਹਨ ਸਿੰਘ ਤੇ ਮੌਂਟੇਕ ਸਿੰਘ ਆਹਲੂਵਾਲੀਆ ਦੀਆਂ ਸੇਵਾਵਾਂ ਦੀ ਲੋੜ ਪੈ ਗਈ ਪੰਜਾਬ ਸਰਕਾਰ ਨੂੰ, ਉੱਥੇ ਜਿੱਦਣ ਕੈਪਟਨ ਸਾਹਿਬ ਨੇ ਡੰਡਾ ਚੱਕ ਲਿਆ ਚੰਗੀ ਤਰ੍ਹਾਂ ਨਾਲ ਕਿ ਖਬਰਦਾਰ ਜੇ ਕਿਸੇ ਨੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਕੀਤਾ, ਉਹਦਾ ਬਹੁਤ ਵੱਡਾ ਸੁਣਿਆ ਤੇ ਅਸਰ ਜਾਵੇਗਾ। ਔਰ ਮੇਰਾ ਮੰਨਣਾ ਵਾ ਕਿ ਪੰਜਾਬ ਦੀ ਆਰਥਿਕਤਾ ਨੂੰ ਤਗੜੇ ਹੋ ਕੇ ਅਗਰ ਇਹ ਪੈ ਜਾਣ ਤਾਂ 5 ਸਾਲਾਂ 'ਚ ਪੰਜਾਬ ਦੁਬਾਰਾ ਲੀਹਾਂ ਤੇ ਆ ਸਕਦਾ। ਔਰ ਇਹਦੇ ਨਾਲ ਨਾਲ ਇੱਕ ਹੋਰ ਇੰਪੋਰਟੈਂਟ ਇਸ਼ੂ ਹੈ ਕਿ ਪੰਜਾਬ ਦੀਆਂ ਜਿੰਨੀ ਸਰਕਾਰੀ ਜ਼ਮੀਨਾਂ ਨੇ ਉਹਨਾਂ ਸਾਰੀਆਂ ਤੇ ਤਾਕਤਵਰ ਲੋਕਾਂ ਨੇ ਕਬਜ਼ਾ ਕੀਤਾ। ਤੁਸੀਂ ਸਾਰੇ ਜਾਣਦੇ ਹੋ ਕਿ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਬੈਠਿਆ ਸੀ, ਹਾਈ ਕੋਰਟ ਨੇ ਬਿਠਾਇਆ ਸੀਗਾ, ਔਰ ਉਹਨੇ ਸਿਰਫ ਮੋਹਾਲੀ ਜ਼ਿਲ੍ਹੇ ਦੀ ਰਿਪੋਰਟ ਇੱਕ ਉਹਨਾਂ ਨੂੰ ਕਿਹਾ ਗਿਆ ਤਿਆਰ ਕਰਨ ਲਈ। ਇਕੱਲੇ ਮੋਹਾਲੀ ਜ਼ਿਲ੍ਹੇ ਵਿੱਚ 50,000 ਸਰਕਾਰੀ ਜ਼ਮੀਨ, 50,000 ਏਕੜ ਸਰਕਾਰੀ ਜ਼ਮੀਨ ਤੇ ਤਾਕਤਵਰ ਮਤਲਬ ਸਾਰੇ ਪੋਲੀਟੀਕਲ ਲੀਡਰਸ਼ਿਪ ਔਰ ਵੱਡੇ ਵੱਡੇ ਡੀਜੀਪੀਜ਼ ਤੇ ਵੱਡੇ ਵੱਡੇ ਆਈਏਐਸ ਬਿਊਰੋਕਰੈਟਸ ਤੇ ਇਹਨਾਂ ਜ਼ਮੀਨਾਂ ਤੇ ਇਕੱਲੇ ਚੰਡੀਗੜ੍ਹ ਦੇ ਇਰਦ ਗਿਰਦ ਕਬਜ਼ਾ ਵਾ। ਔਰ ਅਗਰ ਤੁਸੀਂ ਲਾ ਲਓ 22 ਰੈਵਨਿਊ ਡਿਸਟ੍ਰਿਕਟਸ ਨੇ, ਅਗਰ 50,000 ਵੀ ਲਾ ਲਓ ਤੁਸੀਂ ਇੱਕ ਜ਼ਿਲ੍ਹੇ ਵਿੱਚ ਕਬਜ਼ਾ ਕੀਤਾ ਸਰਕਾਰੀ ਜ਼ਮੀਨਾਂ ਤੇ 6 ਲੱਖ ਏਕੜ ਸਰਕਾਰੀ ਜ਼ਮੀਨ ਤੇ ਪੰਜਾਬ ਦੇ ਵਿੱਚ ਕਬਜ਼ਾ। ਔਰ ਇਹ ਜ਼ਮੀਨਾਂ ਜਿਹੜੀਆਂ ਲੁਧਿਆਣੇ ਸ਼ਹਿਰ 'ਚ, ਚੰਡੀਗੜ੍ਹ ਦੇ ਨੇੜੇ, ਪਟਿਆਲਾ, ਜਲੰਧਰ, ਅੰਮ੍ਰਿਤਸਰ ਸ਼ਹਿਰਾਂ 'ਚ ਲੱਗਦੀਆਂ ਨੇ, ਬਹੁਤ ਕੀਮਤੀ ਨੇ। ਔਰ ਇਹਦਾ ਇੱਕ ਉਦਾਹਰਨ ਮੈਂ ਦੇ ਰਿਹਾ, ਅਸੀਂ ਹਾਈ ਕੋਰਟ ਵਿੱਚ ਕੇਸ ਕੀਤਾ ਹੋਇਆ, ਬੀਬੀ ਜਗੀਰ ਕੌਰ ਨੇ ਬੇਗੋਵਾਲ ਵਿੱਚ ਕੋਈ 15 ਏਕੜ ਨਗਰ ਪੰਚਾਇਤ ਬੇਗੋਵਾਲ ਦੀ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ, 4 ਦੀਵਾਰੀ ਕਰ ਲਈ, ਉਹਦੇ ਤੇ ਆਪਣੇ ਬੱਚਿਆਂ ਲਈ ਗੋਲਫ ਕੋਰਸ ਬਣਾਤਾ, ਉਹਦੇ 'ਚ ਆਪਣੇ ਸੜਕਾਂ ਬਣਾ ਲੀਆਂ, ਆਪਣੀ ਪਰਸਨਲ ਪ੍ਰਾਪਰਟੀ ਬਣਾ ਲਈ, ਔਰ ਕੱਲੀ ਉਹ ਜ਼ਮੀਨ 100 ਕਰੋੜ ਰੁਪਏ ਦੀ ਹੈ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ ਤੇ ਕਰਜ਼ਾ ਕਿਉਂ ਨਹੀਂ ਚੜੇਗਾ। ਸਭ ਤੋਂ ਵੱਡਾ ਕਾਰਨ ਪੰਜਾਬ ਤੇ ਕਰਜ਼ਾ ਚੜਨ ਦਾ ਆ ਸਾਡੀ ਜਿਹੜੀ ਬੇਈਮਾਨ ਕਰਪਟ ਲੀਡਰਸ਼ਿਪ ਤੇ ਅਫਸਰਸ਼ਾਹੀ ਆ। ਮੇਰੀ ਮਨਮੋਹਨ ਸਿੰਘ ਜੀ ਨੂੰ ਤੇ ਮੌਂਟੇਕ ਸਿੰਘ ਆਹਲੂਵਾਲੀਆ ਸਾਹਿਬ ਨੂੰ ਬੇਨਤੀ ਆ ਕਿ ਪਹਿਲਾਂ ਇਹਨਾਂ ਨੂੰ ਨੱਥ ਪਾਓ, ਆਪੇ ਹੀ ਸਾਰੀ ਇਕਨੋਮੀ ਤੁਹਾਡੀ ਠੀਕ ਹੋਣ ਦੇ ਕੰਢੇ ਤੇ ਆ ਜਾਏਗੀ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਸਮਝਦਾਰ ਲੋਕ ਹੋ ਔਰ ਇਸ ਮੇਰੀ ਗੱਲ ਨੂੰ ਇਹ ਮਤ ਸਮਝਣਾ ਕਿ ਕ੍ਰਿਟਿਸਿਜ਼ਮ ਹੈ, ਇਹ ਬਿਲਕੁਲ ਫੇਅਰ ਗੱਲਾਂ ਮੈਂ ਕਹੀਆਂ। ਔਰ ਮੇਰੀ ਸਭ ਨੂੰ ਬੇਨਤੀ ਹੈ ਕਿ ਅਗਰ ਤੁਹਾਨੂੰ ਲੱਗਦਾ ਕਿ ਗੱਲ ਠੀਕ ਹੈ, ਇਹਨੂੰ ਇਸ ਤਰ੍ਹਾਂ ਨਾਲ ਸ਼ੇਅਰ ਕਰੋ ਤੇ ਡਾਕਟਰ ਮਨਮੋਹਨ ਸਿੰਘ ਤੱਕ ਪਹੁੰਚੇ, ਉਹ ਕੁਛ ਨਾ ਕੁਛ ਕਦਮ ਸ਼ਾਇਦ ਚੱਕਣਗੇ। ਧੰਨਵਾਦ। ਸੁਖਪਾਲ ਸਿੰਘ ਖਹਿਰਾ।